ਉਤਪਤ ਅਧਿਆਇ 15। ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾ ਦਾ ਵਚਨ ਅਬਰਾਮ ਦੇ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ, ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅਤ ਵੱਡਾ ਅਜਰ ਹਾਂ। ਉਪਰੰਤ ਅਬਰਾਮ ਨੇ ਆਖਿਆ ਹੈ, ਯਹੋਵਾ ਪ੍ਰਭੂ, ਤੂੰ ਮੈਨੂੰ ਕੀ ਦੇਵੇਗਾ, ਕਿਉਂ ਜੋ ਮੈਂ ਔਤ ਜਾਂਦਾ ਹਾਂ ਔਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ। ਨਾਲੇ ਅਬਰਾਮ ਨੇ ਆਖਿਆ, ਵੇਖ ਤੇ ਮੈਨੂੰ ਕੋਈ ਅੰਸ ਨਾ ਦਿੱਤੀ ਔਰ ਵੇਖ ਮੇਰਾ ਘਰ ਜਮਨ ਮੇਰਾ ਵਾਰਿਸ ਹੋਵੇਗਾ। ਤਾਂ ਵੇਖੋ ਯਹੋਵਾ ਦਾ ਵਚਨ ਉਹਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ, ਪਰ ਉਹ ਜੋ ਤੇਰੇ ਤੁਕਮ ਵਿੱਚੋਂ ਨਿਕਲੇਗਾ ਤੇਰਾ ਵਾਰਿਸ ਹੋਵੇਗਾ। ਤਾਂ ਉਹ ਉਸ ਨੂੰ ਬਾਹਰ ਲੈ ਗਿਆ ਔਰ ਆਖਿਆ, ਆਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ, ਜੇ ਤੂੰ ਉਹਨਾਂ ਨੂੰ ਗਿਣ ਸਕੇ। ਫਿਰ ਉਸਨੇ ਉਹਨੂੰ ਆਖਿਆ, ਇੰਨੀ ਹੀ ਤੇਰੀ ਅੰਸ਼ ਹੋਵੇਗੀ। ਉਸਨੇ ਯਹੋਵਾ ਦੀ ਪ੍ਰਤੀਤ ਕੀਤੀ ਅਤੇ ਉਹਨੇ ਉਹਦੇ ਲਈ ਇਸ ਗੱਲ ਨੂੰ ਧਰਮ ਗਿਣਿਆ। ਅਤੇ ਉਸਨੇ ਉਹਨੂੰ ਆਖਿਆ, ਮੈਂ ਯਹੋਵਾ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲੈ ਆਇਆ ਹਾਂ, ਤਾਂ ਜੋ ਮੈਂ ਤੈਨੂੰ ਇਹ ਧਰਤੀ ਤੇਰੀ ਮਿਲਕ ਹੋਣ ਲਈ ਦਿਆਂ। ਤਾਂ ਉਸਨੇ ਆਖਿਆ, ਹੇ ਪ੍ਰਭੂ ਯਹੋਵਾ, ਮੈਂ ਕਿਸ ਤਰ੍ਹਾਂ ਜਾਣਾ ਕਿ ਮੈਂ ਉਹਨੂੰ ਮਿਲਕ ਵਿੱਚ ਲਵਾਂਗਾ। ਤਾਂ ਉਸਨੇ ਉਹਨੂੰ ਆਖਿਆ, ਮੇਰੇ ਲਈ ਇੱਕ 3 ਵਰ੍ਹਿਆਂ ਦੀ ਵਹੀੜ ਔਰ ਇੱਕ 3 ਵਰ੍ਹਿਆਂ ਦੀ ਬੱਕਰੀ ਔਰ ਇੱਕ 3 ਵਰ੍ਹਿਆਂ ਦਾ ਛਤਰਾ ਔਰ ਇੱਕ ਗੁੱਗੀ ਔਰ ਇੱਕ ਕਬੂਤਰ ਦਾ ਬੱਚਾ ਲੈ। ਤਾਂ ਉਹ ਉਸ ਦੇ ਲਈ ਇਹ ਸਭ ਲੈ ਆਇਆ ਅਤੇ ਉਹਨਾਂ ਦੇ 2-2 ਟੋਟੇ ਕੀਤੇ ਅਤੇ ਉਸਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ, ਪਰ ਪੰਛੀਆਂ ਦੇ ਟੋਟੇ ਨਾ ਕੀਤਾ। ਜਦ ਸਿਕਾਰੀ ਪੰਕੇਰੂ ਉਹਨਾਂ ਲੋਥਾਂ ਉੱਤੇ ਉਤਰੇ, ਤਦ ਅਬਰਾਹਮ ਨੇ ਉਹਨਾਂ ਨੂੰ ਹਟਾਇਆ। ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜੀ ਨੀਂਦਰ ਅਬਰਾਮ ਉੱਤੇ ਆ ਪਈ ਅਤੇ ਵੇਖੋ ਇੱਕ ਵੱਡਾ ਡਰਾਉਣਾ ਹਨੇਰਾ ਉਹਦੇ ਉੱਤੇ ਛਾ ਗਿਆ। ਉਸਨੇ ਅਬਰਾਮ ਨੂੰ ਆਖਿਆ, ਤੂੰ ਸੱਚ ਜਾਣ ਪਈ, ਤੇਰੇ ਅੰਸ਼ ਇੱਕ ਦੇਸ਼ ਵਿੱਚ ਜਿਹੜਾ ਉਹਨਾਂ ਦਾ ਨਹੀਂ ਹੈ ਪਰਦੇਸੀ ਹੋਵੇਗੀ ਅਤੇ ਉਹਨਾਂ ਦੀ ਗੁਲਾਮੀ ਕਰੇਗੀ ਔਰ ਉਹ ਉਹਨਾਂ ਨੂੰ 400 ਵਰ੍ਹਿਆਂ ਤੱਕ ਦੁੱਖ ਦੇਣਗੇ। ਅਤੇ ਉਸ ਕੌਮ ਦਾ ਵੀ ਜਿਹਦੀ ਉਹ ਗੁਲਾਮੀ ਕਰਨਗੇ ਮੈਂ ਨਿਆਂ ਕਰਾਂਗਾ ਅਤੇ ਇਹਦੇ ਮਗਰੋਂ ਉਹ ਵੱਡੇ ਮਾਲ ਧਨ ਨਾਲ ਨਿਕਲ ਆਉਣਗੇ। ਪਰ ਤੂੰ ਆਪਣੇ ਪਿਓ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਗਾ, ਤੂੰ ਚੰਗੇ ਵਿਰਤਪੁਣੇ ਵਿੱਚ ਦਫਨਾਇਆ ਜਾਵੇਗਾ ਅਤੇ 34 ਪੀੜ੍ਹੀ ਵਿੱਚ ਉਹ ਇੱਧਰ ਫਿਰ ਮੁੜਨਗੇ, ਕਿਉਂ ਜੋ ਅਮੋਰੀਆਂ ਦੀ ਬੁਰੀਆਈ ਅਜੇ ਪੂਰੀ ਨਹੀਂ ਹੋਈ। ਐਂ ਹੋਇਆ ਕਿ ਸੂਰਜ ਅਤਨੀਆਂ ਅਤੇ ਹਨੇਰਾ ਹੋ ਗਿਆ। ਤਾਂ ਵੇਖੋ ਇੱਕ ਦੂਹੇ ਨਾਲ ਤੰਦੂਰ ਔਰ ਬਲਦੀ ਮਿਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ। ਉਸ ਦਿਨ ਯਹੋਵਾ ਨੇ ਇੱਕ ਨੇਮ ਅਬਰਾਮ ਨਾਲ ਬੰਨਿਆ ਕਿ ਤੇਰੇ ਅੰਸ਼ ਨੂੰ ਮੈਂ ਇਹ ਧਰਤੀ ਦੇ ਦਿੱਤੀ ਹੈ, ਅਰਥਾਤ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫਰਾਤ ਤੀਕ ਅਤੇ ਕੇਨੀ ਔਰ ਕੰਜੀ ਔਰ ਅਦਮੋਨੀ ਔਰ हित्ती और फरीजी और रफाइम और अमोरी और कनानी और गिरगासी और यबूसी ये भी दे दिते। आमीन। ਨਿਆਂਆਂ ਦੀ ਪੋਥੀ ਅਧਿਆਇ 1। ਯਹੋਸ਼ੁਆ ਦੇ ਮਰਨ ਤੋਂ ਮਗਰੋਂ ਅਜਿਹਾ ਹੋਇਆ ਜੋ ਇਸਰਾਏਲੀਆਂ ਨੇ ਯਹੋਵਾ ਕੋਲੋਂ ਪੁੱਛਿਆ, ਭਲਾ ਕਨਾਨੀਆਂ ਨਾਲ ਯੁੱਧ ਕਰਨ ਨੂੰ ਸਾਡੇ ਲਈ ਪਹਿਲੇ ਕੌਣ ਚੜੇਗਾ? ਯਹੋਵਾ ਨੇ ਆਖਿਆ, ਯਹੂਦਾ ਚੜੇਗਾ। ਅਤੇ ਵੇਖੋ ਮੈਂ ਇਹ ਦੇਸ਼ ਉਸਦੇ ਹੱਥ ਕਰ ਦਿੱਤਾ ਹੈ। ਤਦ ਯਹੂਦਾ ਨੇ ਆਪਣੇ ਭਰਾ ਸਿਮੋਨ ਨੂੰ ਆਖਿਆ, ਮੇਰੇ ਗੁਣੇ ਦੀ ਵੰਡ ਵਿੱਚ ਮੇਰੇ ਨਾਲ ਚੜ, ਜੋ ਅਸੀਂ ਕਨਾਨੀਆਂ ਨਾਲ ਲੜਾਈਆਂ ਕਰੀਏ ਅਤੇ ਇਸੇ ਤਰ੍ਹਾਂ
ਮੈਂ ਵੀ ਤੇਰੇ ਗੁਣੇ ਦੀ ਵੰਡ ਵਿੱਚ ਤੇਰੇ ਨਾਲ ਚੜਾਂਗਾ। ਸੋ ਸਿਮੋਨ ਉਹਦੇ ਨਾਲ ਗਿਆ। ਤਦ ਯਹੂਦਾ ਚੜਿਆ ਅਤੇ ਯਹੋਵਾ ਨੇ ਕਨਾਨੀਆਂ ਅਤੇ ਫਰੀਸੀਆਂ ਨੂੰ ਉਹਨਾਂ ਦੇ ਹੱਥੀਂ ਕਰ ਦਿੱਤਾ ਅਤੇ ਉਹਨਾਂ ਨੇ ਬਸਕ ਵਿੱਚ 10,000 ਮਨੁੱਖ ਵੱਢੇ। ਉਹਨਾਂ ਨੇ ਅਦੋਨੀ ਬਸਕ ਨੂੰ ਬਸਕ ਵਿੱਚ ਲੱਭਾ ਅਤੇ ਉਸ ਨਾਲ ਲੜੇ ਅਤੇ ਕਨਾਨੀਆਂ ਔਰ ਫਰੀਸੀਆਂ ਨੂੰ ਮਾਰਿਆ। ਪਰ ਅਦੋਨੀ ਬਸਕ ਭੱਜ ਗਿਆ ਔਰ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਔਰ ਉਸ ਨੂੰ ਫੜ ਕੇ ਉਸ ਦੇ ਹੱਥਾਂ ਨਾਲੇ ਪੈਰਾਂ ਦੇ ਅੰਗੂਠੇ ਵੱਢ ਸੁੱਟੇ। ਤਦ ਅਦੋਨੀ ਬਸਕ ਨੇ ਆਖਿਆ, ਹੱਥਾਂ ਪੈਰਾਂ ਦੇ ਅੰਗੂਠੇ ਵੱਡੇ ਹੋਏ। 70 ਪਾਤਸ਼ਾਹ ਮੇਰੀ ਮੇਜ਼ ਦੇ ਹੇਠੋਂ ਗਿਰਾਹੀਆਂ ਚੁਗ ਚੁਗ ਖਾਂਦੇ ਸਨ। ਸੋ ਜਿਹਾ ਮੈਂ ਕੀਤਾ ਸੀ, ਪਰਮੇਸ਼ਰ ਨੇ ਮੈਨੂੰ ਤਿਹਾਈ ਵਟਾ ਦਿੱਤਾ। ਫਿਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ। ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਹਨੂੰ ਜਿੱਤ ਲਿਆ ਅਤੇ ਉਹਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਸ਼ਹਿਰ ਨੂੰ ਅੱਗ ਨਾਲ ਫੂਕ ਸੁੱਟਿਆ। ਜਿਸ ਦੇ ਪਿੱਛੋਂ ਯਹੂਦੀ ਲਹਿ ਕੇ ਉਹਨਾਂ ਕਨਾਨੀਆਂ ਨਾਲ ਲੜੇ ਜੋ ਪਹਾੜ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਪੇਟ ਵਿੱਚ ਵਸਦੇ ਸਨ। ਅਤੇ ਯਹੂਦਾ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਨੂੰ ਗਿਆ। ਉਸ ਹਬਰੋਨ ਦਾ ਨਾਮ ਪਹਿਲੇ ਕਿਰਿਆਤ ਅਰਬਾ ਸੀ। ਉੱਤੇ ਉਹਨਾਂ ਨੇ ਸੇਸਈ, ਅਹੀਮਾਨ ਅਤੇ ਤਲਮਈ ਨੂੰ ਮਾਰਿਆ ਅਤੇ ਉਹ ਉੱਤੇ ਤੁਰ ਕੇ ਤਬੀਰੀਆਂ ਉੱਤੇ ਚੜਿਆ। ਤਬੀਰ ਦਾ ਨਾਮ ਪਹਿਲੇ ਕਿਰਿਅਤ ਸੇਫਰ ਸੀ। ਤਦ ਕਾਲੇਬ ਨੇ ਆਖਿਆ, ਜਿਹੜਾ ਕਿਰਿਅਤ ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸ਼ਾ ਵਿਆਹ ਦਿਆਂਗਾ। ਤਦ ਕਾਲੇਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤਰ ਅਤਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਉਹਨੇ ਆਪਣੀ ਧੀ ਅਕਸ਼ਾ ਉਹਨੂੰ ਵਿਆਹ ਦਿੱਤੀ। ਅਤੇ ਅਜਿਹਾ ਹੋਇਆ ਪਈ ਜਿਸ ਵੇਲੇ ਉਹ ਉਸ ਦੇ ਕੋਲ ਆਈ ਤਾਂ ਉਹਨੇ ਉਸ ਨੂੰ ਚੁੱਕਿਆ ਜੋ ਉਹ ਆਪਣੇ ਪਿਓ ਕੋਲੋਂ ਇੱਕ ਪੈਲੀ ਮੰਗੇ। ਫਿਰ ਉਹ ਛੇਤੀ ਨਾਲ ਆਪਣੇ ਕੋਤੇ ਤੋਂ ਉਤਰੀ। ਤਦ ਕਾਲੇਬ ਨੇ ਉਸ ਨੂੰ ਆਖਿਆ, ਤੂੰ ਕੀ ਮੰਗਦੀ ਹੈ? ਉਸਨੇ ਆਖਿਆ, ਮੈਨੂੰ ਆਸੀਸ ਦੇ, ਤੈਂ ਜੋ ਮੈਨੂੰ ਦੱਖਣ ਦਾ ਇੱਕ ਦੇਸ਼ ਦਾਨ ਦਿੱਤਾ ਹੈ, ਮੈਨੂੰ ਪਾਣੀ ਦੇ ਸੂਬ ਵੀ ਦੇ। ਤਾਂ ਕਾਲੇਬ ਨੇ ਉਤਲੇ ਸੁੰਬ ਅਤੇ ਹੇਠਲੇ ਸੁੰਬ ਉਸ ਨੂੰ ਦਿੱਤੇ। ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ ਖਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾ ਦੀ ਉਜਾੜ ਨੂੰ ਜੋ ਅਰਾਦ ਦੇ ਦੱਖਣ ਵੱਲ ਹੈ ਉਤਾਹਾਂ ਆਈ ਅਤੇ ਉਹਨਾਂ ਲੋਕਾਂ ਵਿਚਕਾਰ ਜਾ ਵਸੀ। ਯਹੂਦਾ ਆਪਣੇ ਭਰਾ ਸਿਮੋਨ ਦੇ ਨਾਲ ਗਿਆ ਅਤੇ ਉਹਨਾਂ ਨੇ ਉਹਨਾਂ ਕਨਾਨੀਆਂ ਨੂੰ ਜਾ ਮਾਰਿਆ ਜੋ ਸਫਾਤ ਵਿੱਚ ਰਹਿੰਦੇ ਸਨ ਅਤੇ ਉਹਦਾ ਨਾਸ਼ ਕਰ ਸੁੱਟਿਆ। ਸੋ ਉਹ ਸ਼ਹਿਰ ਦਾ ਨਾਮ ਹਾਰਮਾ ਸਦਵਾਈਆ। ਅਤੇ ਯਹੋਵਾ ਨੇ ਅਜਾ ਔਰ ਉਸ ਦੇ ਉਦਾਲੇ ਅਤੇ ਅਸਕਲੋਨ ਔਰ ਉਸ ਦੇ ਉਦਾਲੇ ਅਕਰੋਨ ਔਰ ਉਸ ਦੇ ਉਦਾਲੇ ਨੂੰ ਲੈ ਲਿਆ। ਅਤੇ ਯਹੋਵਾ ਯਹੂਦਾ ਦੇ ਅੰਗ ਸੰਗ ਸੀ ਅਤੇ ਉਸ ਨੇ ਪਹਾੜੀਆਂ ਨੂੰ ਕੱਢ ਦਿੱਤਾ ਪਰ ਦੂਨ ਦੇ ਵਾਸੀਆਂ ਨੂੰ ਨਾ ਕੱਢ ਸਕਿਆ ਕਿਉਂ ਜੋ ਉਹਨਾਂ ਦੇ ਕੋਲ ਲੋਹੇ ਦੇ ਰੱਦ ਸਨ। ਤਦ ਉਹਨਾਂ ਨੇ ਮੂਸਾ ਦੇ ਆਖਣ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸਨੇ ਅਨਾਕ ਦੀਆਂ 3 ਪੁੱਤਰਾਂ ਨੂੰ ਉੱਤੇ ਕੱਢ ਦਿੱਤਾ ਅਤੇ ਬੇਨਯਾਮੀਨੀਆਂ ਨੇ ਉਹਨਾਂ ਯਬੂਸੀਆਂ ਨੂੰ ਜੋ ਯਰੂਸ਼ਲਮ ਵਿੱਚ ਰਸਾਏ ਗਏ ਸਨ ਕੱਢ ਨਾ ਦਿੱਤਾ। ਸੋ ਯਬੂਸੀ ਬੇਨਯਾਮੀਨੀਆਂ ਦੇ ਨਾਲ ਅੱਜ ਦੇ ਦਿਨ ਤੋੜੀ ਯਰੂਸ਼ਲਮ ਵਿੱਚ ਵਸਦੇ ਹਨ। ਯੂਸੁਫ ਦਾ ਟੱਬਰ ਬਥੇਲ ਉੱਤੇ ਚੜ ਆਇਆ ਅਤੇ ਯਹੋਵਾ ਉਹਨਾਂ ਦੇ ਅੰਗ ਸੰਗ ਸੀ ਅਤੇ ਯੂਸੁਫ ਦੇ ਟੱਬਰ ਨੇ ਬਥੇਲ ਦੇ ਖੋਜ ਕੱਢਣ ਲਈ ਲੋਕ ਕੱਲੇ ਅਤੇ ਉਸ ਸ਼ਹਿਰ ਦਾ ਨਾਮ ਪਹਿਲੇ ਲੂਜ਼ ਸੀ। ਉਪਰੰਤ ਖੋਜੀਆਂ ਨੇ ਇੱਕ ਮਨੁੱਖ ਨੂੰ ਸ਼ਹਿਰ ਵਿੱਚੋਂ ਨਿਕਲਦਿਆਂ ਡਿੱਠਾ ਤਾਂ ਉਸ ਨੂੰ ਆਖਿਆ, ਭਈ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਈ ਤਾਂ ਅਸੀਂ ਵੀ ਤੇਰੇ ਨਾਲ ਭਲਾਈ ਕਰਾਂਗੇ। ਸੋ ਉਸਨੇ ਸ਼ਹਿਰ ਵਿੱਚ ਵੜਨ ਦਾ ਰਾਹ ਉਹਨਾਂ ਨੂੰ ਵਿਖਾਇਆ ਅਤੇ ਉਹਨਾਂ ਨੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਟੱਬਰ ਸਣੇ ਜਿਉਂਦਾ ਛੱਡਿਆ।
ਅਤੇ ਉਸ ਮਨੁੱਖ ਨੇ ਹਿੱਦੀਆਂ ਦੇ ਦੇਸ਼ ਵਿੱਚ ਜਾ ਕੇ ਉੱਤੇ ਇੱਕ ਸ਼ਹਿਰ ਬਣਾਇਆ ਅਤੇ ਉਸ ਦਾ ਨਾਮ ਲੂਜ਼ ਰੱਖਿਆ। ਸੋ ਅੱਜ ਤੋੜੀ ਉਸ ਦਾ ਉਹ ਨਾਮ ਹੈ। ਮਨਸਾ ਨੇ ਬੇਤਸਾਨ ਅਤੇ ਉਸ ਦੀਆਂ ਪਿੰਡਾਂ ਨੂੰ ਅਤੇ ਤਾਨਾਕ ਔਰ ਉਸ ਦੀਆਂ ਪਿੰਡਾਂ ਨੂੰ ਅਤੇ ਦੋਰ ਔਰ ਉਸ ਦੀਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਜਿਬਲਾਮ ਔਰ ਉਸ ਦੀਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਮਗਿੱਦੋ ਔਰ ਉਸ ਦੀਆਂ ਪਿੰਡਾਂ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ, ਪਰ ਕਨਾਨੀ ਉਸ ਦੇਸ਼ ਵਿੱਚ ਵਸਦੇ ਹੀ ਰਹੇ। ਅਤੇ ਜਾਂ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬਗਾਰ ਦਾ ਕੰਮ ਕਰਾਉਂਦੇ ਰਹੇ, ਪਰ ਉਹਨਾਂ ਨੂੰ ਮੁੱਲੋਂ ਕੱਢ ਨਾ ਦਿੱਤਾ। ਇਫਰਾਇਮ ਨੇ ਵੀ ਉਹਨਾਂ ਕਨਾਨੀਆਂ ਨੂੰ ਜੋ ਹਜਰ ਵਿੱਚ ਵਸਦੇ ਸਨ ਨਾ ਕੱਢਿਆ, ਸੋ ਕਨਾਨੀ ਹਜਰ ਦੀਆਂ ਵਾਸੀਆਂ ਦੇ ਵਿਚਕਾਰ ਵਸਦੇ ਰਹੇ। ਜਬਲੂਨ ਨੇ ਵੀ ਕਟਰੋਨ ਅਤੇ ਨਹਲੋਲ ਦੀਆਂ ਲੋਕਾਂ ਨੂੰ ਨਾ ਕੱਢਿਆ, ਸੋ ਕਨਾਨੀ ਉਹਨਾਂ ਵਿੱਚ ਵਸਦੇ ਰਹੇ ਅਤੇ ਬਗਾਰ ਦਿੰਦੇ ਰਹੇ। ਅਸੇਰ ਨੇ ਵੀ ਅਕ, ਸਿਦੋਨ, ਅਲਾਬ, ਅਰਜ਼ੀਬ, ਹਲਬਾ, ਅਫੀਕ ਅਤੇ ਰਹੋਬ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ, ਸਗੋਂ ਅਸੇਰੀ ਉਹਨਾਂ ਕਨਾਨੀਆਂ ਦੇ ਵਿਚਕਾਰ ਜੋ ਉਸ ਦੇਸ਼ ਦੇ ਵਾਸੀ ਸਨ ਵਸਦੇ ਰਹੇ, ਕਿਉਂ ਜੋ ਉਹਨਾਂ ਨੇ ਉਹਨਾਂ ਨੂੰ ਕੱਢ ਨਾ ਦਿੱਤਾ। ਨਫਤਾਲੀ ਨੇ ਵੀ ਬਿਤ-ਸ਼ਮਾਸ ਅਤੇ ਬਿਤ-ਅਨਾਤ ਦੀਆਂ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਹਨਾਂ ਕਨਾਨੀਆਂ ਦੇ ਵਿੱਚ ਰਹਿੰਦੇ ਸਨ ਜਾਂ ਵਸੇ, ਪਰ ਬਿਤ-ਸ਼ਮਾਸ ਅਤੇ ਬਿਤ-ਅਨਾਤ ਦੇ ਵਾਸੀ ਉਹਨਾਂ ਨੂੰ ਬਗਾਰ ਦਿੰਦੇ ਰਹੇ। ਅਮੋਰੀਆਂ ਨੇ ਦਾਨੀਆਂ ਨੂੰ ਪਹਾੜ ਵਿੱਚ ਤੱਕ ਦਿੱਤਾ, ਅਜਿਹਾ ਉਹਨਾਂ ਨੇ ਉਹਨਾਂ ਨੂੰ ਦੂਨ ਵਿੱਚ ਨਾ ਰਹਿਣ ਦਿੱਤਾ, ਪਰ ਅਮੋਰੀ ਹਰਮ ਦੇ ਪਹਾੜ ਉੱਤੇ ਅਯਲੋਨ ਵਿੱਚ ਅਤੇ ਸਲਾਬੀਨ ਵਿੱਚ ਵਸਦੇ ਹੀ ਰਹੇ। ਪਰ ਯੂਸੁਫ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਜੋ ਉਹਨਾਂ ਕੋਲੋਂ ਬਗਾਰ ਲੈਂਦੇ ਰਹੇ, ਅਤੇ ਅਮੋਰੀਆਂ ਦਾ ਬੰਨਾ ਅਕਰਬੀਮ ਦੇ ਚੜਾਈ ਦੇ ਪੱਥਰ ਤੋਂ ਲੈ ਕੇ ਉਤਲੀ ਵੱਲ ਸੀ। ਨਿਆਂਇਆਂ ਦੀ ਪੋਥੀ ਅਧਿਆਇ 2। ਤਦ ਯਹੋਵਾ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ ਅਤੇ ਉਸਨੇ ਆਖਿਆ, ਮੈਂ ਤੁਹਾਨੂੰ ਮਿਸਰੋਂ ਕੱਢ ਲਿਆਇਆ ਹਾਂ ਅਤੇ ਤੁਹਾਨੂੰ ਇਸ ਦੇਸ਼ ਵਿੱਚ ਜਿਹਦੇ ਲਈ ਮੈਂ ਤੁਹਾਡੇ ਪਿਓ ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਲੈ ਆਇਆ, ਅਤੇ ਮੈਂ ਆਖਿਆ ਜੋ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੀ ਨਾ ਭੰਨਾਂਗਾ। ਸੋ ਤੁਸੀਂ ਇਸ ਦੇਸ਼ ਦੇ ਵਾਸੀਆਂ ਨਾਲ ਨੇਮ ਨਾ ਬੰਨੋ, ਸਗੋਂ ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੋ। ਪਰ ਤੁਸਾਂ ਮੇਰੀ ਆਗਿਆ ਨਾ ਮੰਨੀ, ਤੁਸਾਂ ਯੂੰ ਕਾਹਨੂੰ ਕੀਤਾ? ਇਸ ਲਈ ਮੈਂ ਵੀ ਆਖਿਆ ਜੋ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਕੀਆਂ ਵਿੱਚ ਕੰਡੇ ਜਿਹੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫਾਹੀ ਹੋਣਗੇ। ਅਤੇ ਅਜਿਹਾ ਹੋਇਆ ਪਏ, ਜਦੋਂ ਯਹੋਵਾ ਦੇ ਦੂਤ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਸੁਣਾਈਆਂ ਤਾਂ ਉਹ ਲੋਕ ਉੱਚੀ ਦੇ ਕੇ ਰੋਣ ਲੱਗੇ। ਉਹਨਾਂ ਨੇ ਉਸ ਥਾਂ ਦਾ ਨਾਮ ਬੋਖੀਮ ਰੱਖਿਆ। ਉੱਤੇ ਉਹਨਾਂ ਨੇ ਯਹੋਵਾ ਦੇ ਲਈ ਬਲੀਆਂ ਚੜਾਈਆਂ। ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿਦਿਆ ਕੀਤਾ ਤਾਂ ਇਸਰਾਏਲੀਆਂ ਵਿੱਚੋਂ ਸਭ ਮਨੁੱਖ ਆਪੋ ਆਪਣੀ ਪੱਤੀ ਵਿੱਚ ਗਏ ਪਏ ਉਸ ਦੇਸ਼ ਨੂੰ ਆਪਣੇ ਵਸ ਵਿੱਚ ਕਰਨ। ਅਤੇ ਉਹ ਲੋਕ ਯਹੋਸ਼ੁਆ ਦੇ ਜੀਉਂਦੇ ਜੀਆ ਅਤੇ ਜਦ ਤੱਕ ਉਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਪਿੱਛੋਂ ਜੀਉਂਦੇ ਸਨ, ਜਿਨ੍ਹਾਂ ਨੇ ਯਹੋਵਾ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸਨੇ ਇਸਰਾਏਲ ਦੇ ਲਈ ਕੀਤੇ, ਤਦ ਤੱਕ ਯਹੋਵਾ ਦੀ ਉਪਾਸਨਾ ਕਰਦੇ ਰਹੇ। ਅਤੇ ਨੂਨ ਦਾ ਪੁੱਤਰ ਯਹੋਵਾ ਦਾ ਦਾਸ ਯਹੋਸ਼ੁਆ 110 ਵਰ੍ਹਿਆਂ ਦਾ ਹੋ ਕੇ ਮਰ ਗਿਆ, ਅਤੇ ਉਹਨਾਂ ਨੇ ਉਸ ਦੀ ਪਤੀ ਦੀ ਧਰਤੀ ਤਿਮਨਤ ਹਰਸ ਵਿੱਚ ਇਫਰਾਈਮ ਦੇ ਪਹਾੜ ਦੇ ਉੱਤੇ ਜੋ ਗਾਸ ਦੇ ਪਹਾੜ ਦੇ ਉੱਤਰ ਵੱਲ ਹੈ ਉਸ ਨੂੰ ਦੱਬ ਦਿੱਤਾ। ਗੱਲ ਕਾਦੀ, ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪਿਤਰਾਂ ਨਾਲ ਜਾ ਰਲੇ ਅਤੇ ਉਹਨਾਂ ਦੇ ਪਿੱਛੋਂ ਇੱਕ ਹੋਰ ਪੀੜ੍ਹੀ ਉੱਠੀ ਜਿਸ ਨੇ ਨਾ ਯਹੋਵਾ ਨੂੰ ਨਾ ਉਸ ਕੰਮ ਨੂੰ ਜੋ ਉਸਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ। ਤਦ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਬੁਰਿਆਈ ਕੀਤੀ
ਅਤੇ ਬਾਲਾਂ ਦੀ ਪੂਜਾ ਕਰਨ ਲੱਗੇ। ਉਹਨਾਂ ਨੇ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਨੂੰ, ਜੋ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ, ਛੱਡ ਦਿੱਤਾ ਅਤੇ ਉਪਰੀਆਂ ਦੇਵਤਿਆਂ ਦੀ, ਉਹਨਾਂ ਲੋਕਾਂ ਦੀਆਂ ਦੇਵਤਿਆਂ ਦੇ ਵਿੱਚੋਂ ਜੋ ਉਹਨਾਂ ਦੇ ਆਲੇ ਦੁਆਲੇ ਸਨ, ਪੂਜਾ ਕੀਤੀ ਅਤੇ ਉਹਨਾਂ ਦੇ ਅੱਗੇ ਮੱਥਾ ਟੇਕਿਆ ਅਤੇ ਯਹੋਵਾ ਦਾ ਕ੍ਰੋਧ ਉਕਸਾਇਆ। ਸੋ ਉਹਨਾਂ ਨੇ ਯਹੋਵਾ ਨੂੰ ਛੱਡ ਦਿੱਤਾ ਔਰ ਬਾਲ ਅਤੇ ਅਸਤਾਰੋਤ ਦੀ ਪੂਜਾ ਕੀਤੀ। ਤਦ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹਨੇ ਉਹਨਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ, ਜਿਨ੍ਹਾਂ ਨੇ ਉਹਨਾਂ ਨੂੰ ਲੁੱਟ ਲਿੱਤਾ ਅਤੇ ਉਹਨਾਂ ਦੇ ਵੇਰੀਆਂ ਦੇ ਹੱਥ ਜੋ ਚੁਫੇਰੇ ਸਨ ਉਹਨਾਂ ਨੂੰ ਵੇਚ ਦਿੱਤਾ, ਜੋ ਫਿਰ ਆਪਣੇ ਵੇਰੀਆਂ ਤੱਕ ਨਾ ਖਲੋ ਸਕੇ। ਅਤੇ ਜਿੱਥੇ ਕਿਤੇ ਉਹ ਬਾਹਰ ਨਿਕਲੇ, ਯਹੋਵਾ ਦਾ ਹੱਥ ਉਹਨਾਂ ਉੱਤੇ ਬੁਰੀਆਈ ਦੇ ਲਈ ਸੀ, ਜ਼ਿਕਰ ਯਹੋਵਾ ਨੇ ਆਖਿਆ ਸੀ ਅਤੇ ਜ਼ਿਕਰ ਯਹੋਵਾ ਨੇ ਉਹਨਾਂ ਨਾਲ ਸਹੁੰ ਖਾਧੀ ਸੀ। ਸੋ ਉਹ ਬਹੁਤ ਔਖੇ ਹੋਏ। ਤਦ ਯਹੋਵਾ ਨੇ ਨਿਆਂਇਆਂ ਨੂੰ ਠਹਿਰਾਇਆ, ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਹਨਾਂ ਨੂੰ ਛੁਡਾ ਦਿੱਤਾ, ਪਰ ਉਹਨਾਂ ਨੇ ਆਪਣੇ ਨਿਆਂਇਆਂ ਨੂੰ ਵੀ ਨਾ ਮੰਨਿਆ, ਸਗੋਂ ਉਪਰੀਆਂ ਦੇਵਤਿਆਂ ਦੇ ਮਗਰ ਲੱਗ ਕੇ ਅਪਰਾਧੀ ਹੋਏ ਅਤੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹ ਉਸ ਰਾਹੋਂ ਛੇਤੀ ਨਾਲ ਮੁੜ ਗਏ, ਜਿਸ ਦੇ ਵਿੱਚ ਉਹਨਾਂ ਦੇ ਪਿਓ ਦਾਦੇ ਯਹੋਵਾ ਦੀ ਆਗਿਆਕਾਰੀ ਕਰਦੇ ਹੋਏ ਤੁਰਦੇ ਸਨ ਅਤੇ ਉਹਨਾਂ ਵਾਂਗੂ ਨਾ ਵਰਤੇ। ਤਦ ਯਹੋਵਾ ਨੇ ਉਹਨਾਂ ਦੇ ਲਈ ਨਿਆਂਇਆਂ ਨੂੰ ਠਹਿਰਾਇਆ, ਤਾਂ ਯਹੋਵਾ ਉਹਨਾਂ ਨਿਆਂਇਆਂ ਦੇ ਸੰਗ ਸੀ ਅਤੇ ਜਦ ਤੱਕ ਨਿਆਂਈ ਜਿਉਂਦੇ ਸੀ, ਉਹਨਾਂ ਦੇ ਵੈਰੀ ਦੇ ਹੱਥੋਂ ਉਹਨਾਂ ਨੂੰ ਛੁਡਾਉਂਦਾ ਰਿਹਾ, ਜਿਸ ਲਈ ਜੋ ਯਹੋਵਾ ਨੇ ਉਹਨਾਂ ਦੀ ਦੁਹਾਈ ਤੋਂ, ਜੋ ਉਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ, ਰੰਜ ਕੀਤਾ। ਅਤੇ ਅਜਿਹਾ ਹੋਇਆ ਕਿ ਤਦ ਉਹ ਨਿਆਂਈ ਮਰ ਗਿਆ ਤਾਂ ਉਹ ਫਿਰ ਬੇਮੁਖ ਹੋਏ ਅਤੇ ਉਹ ਆਪਣੀਆਂ ਪਿਓ ਦਾਦਿਆਂ ਨਾਲੋਂ ਆਪ ਵਧੇਕ ਅਪਰਾਧੀ ਬਣੇ। ਇਸ ਲਈ ਜੋ ਉਹ ਉਪਰੀਆਂ ਦੇਵਤਿਆਂ ਦੀ ਪੂਜਾ ਕਰਨ ਲਈ ਉਹਨਾਂ ਦੇ ਮਗਰ ਲੱਗੇ ਅਤੇ ਉਹਨਾਂ ਦੇ ਅੱਗੇ ਮੱਥੇ ਟੇਕੇ, ਔਰ ਉਹ ਆਪੋ ਆਪਣੇ ਕੰਮਾਂ ਔਰ ਆਪੋ ਆਪਣੇ ਪੁਰਾਹ ਤੋਂ ਮੁੜਦੇ ਨਹੀਂ ਸਨ, ਤਾਂ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਫਿਰ ਭੜਕਿਆ ਅਤੇ ਉਸਨੇ ਆਖਿਆ, ਇਸ ਲਈ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ, ਜੋ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨ੍ਹਿਆ ਸੀ, ਤੋੜ ਸੁੱਟਿਆ ਅਤੇ ਮੇਰੇ ਆਗਿਆ ਨਾ ਸੁਣੀ, ਤਾਂ ਮੈਂ ਵੀ ਹੁਣ ਉਹਨਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਯਹੋਸ਼ੁਆ ਛੱਡ ਕੇ ਮਰ ਗਿਆ ਸੀ, ਕਿਸੇ ਨੂੰ ਵੀ ਉਹਨਾਂ ਦੇ ਅੱਗੋਂ ਨਾ ਕੱਢਾਂਗਾ, ਭਈ ਮੈਂ ਉਹਨਾਂ ਲੋਕਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਵਾਂ, ਜੋ ਯਹੋਵਾ ਦੇ ਰਾਹ ਉੱਤੇ ਤੁਰਨ ਲਈ, ਜ਼ਿਕਰ ਉਹਨਾਂ ਦੇ ਪਿਓ ਦਾਦੇ ਰਾਜੀ ਹੁੰਦੇ ਸਨ, ਉਹ ਰਾਜੀ ਹੋਣਗੇ ਜਾਂ ਨਹੀਂ। ਸੋ ਯਹੋਵਾ ਨੇ ਉਹਨਾਂ ਲੋਕਾਂ ਨੂੰ ਰਹਿਣ ਦਿੱਤਾ ਅਤੇ ਉਹਨਾਂ ਨੂੰ ਛੇਤੀ ਨਾ ਕੱਢਿਆ ਅਤੇ ਯਹੋਸ਼ੁਆ ਦੇ ਹੱਥ ਵਿੱਚ ਵੀ ਉਹਨਾਂ ਨੂੰ ਨਾ ਦਿੱਤਾ। ਮਤੀ ਦੀ ਇੰਜੀਲ ਅਧਿਆਇ 16। ਫਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ, ਜੋ ਸਾਨੂੰ ਆਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦੇ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਭਈ ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ, ਜੋ ਭਲਕੇ ਨਿੰਬਲ ਹੋ, ਕਿਉਂਕਿ ਆਕਾਸ਼ ਲਾਲ ਹੈ, ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ, ਕਿਉਂਕਿ ਆਕਾਸ਼ ਲਾਲ ਅਤੇ ਗਹਿਰਾ ਹੈ। ਆਕਾਸ਼ ਦੀ ਤੌਰ ਪੌਰ ਦੀ ਚਾਜ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਮਾਲੂਮ ਨਹੀਂ ਕਰ ਸਕਦੇ। ਇਸ ਪੀੜ੍ਹੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ, ਪਰ ਯੂਨਾ ਦੇ ਨਿਸ਼ਾਨ ਬਿਨਾਂ ਉਹਨਾਂ ਨੂੰ ਕੋਈ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ। ਅਤੇ ਉਹ ਉਹਨਾਂ ਨੂੰ ਛੱਡ ਕੇ ਚੱਲਿਆ ਗਿਆ। ਚੇਲੇ ਪਾਰ ਪਹੁੰਚੇ, ਪਰ ਰੋਟੀ ਲੈਣੀ ਭੁੱਲ ਗਏ ਸਨ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਖਬਰਦਾਰ, ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ। ਅਤੇ ਉਹ ਆਪੋ ਵਿੱਚ ਵਿਚਾਰ ਕਰਕੇ ਕਹਿਣ ਲੱਗੇ, ਪਏ ਅਸੀਂ ਰੋਟੀ ਜੋ ਨਹੀਂ ਲਿਆਏ। ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੈ ਤੋੜੀ ਪ੍ਰਤੀਤ ਵਾਲਿਓ, ਤੁਸੀਂ ਆਪੇ ਵਿੱਚ ਕਿਉਂ ਵਿਚਾਰ ਕਰਦੇ ਹੋ, ਜੋ ਸਾਡੇ ਕੋਲ ਰੋਟੀਆਂ ਨਹੀਂ ਹਨ? ਭਲਾ ਤੁਸੀਂ ਅਜੇ ਨਹੀਂ ਸਮਝਦੇ ਹੋ? ਅਤੇ ਉਹਨਾਂ 5,000 ਦੀਆਂ 5 ਰੋਟੀਆਂ ਨੂੰ
ਚੇਤੇ ਨਹੀਂ ਰੱਖਦੇ? ਔਰ ਤੁਸਾਂ ਕਿੰਨੀਆਂ ਟੋਕਰੀਆਂ ਚੁੱਕ ਲਈਆਂ ਅਤੇ ਨਾ ਉਹਨਾਂ 6000 ਦੀਆਂ 7 ਰੋਟੀਆਂ ਨੂੰ? ਔਰ ਤੁਸਾਂ ਕਿੰਨੇ ਟੋਕਰੇ ਚੁੱਕ ਲਏ ਸਨ? ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ, ਪਰ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ। ਤਦ ਉਹ ਸਮਝੇ ਪਏ ਉਸਨੇ ਰੋਟੀ ਦੇ ਖਮੀਰ ਤੋਂ ਨਹੀਂ, ਸਗੋਂ ਫਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ। ਯਿਸੂ ਨੇ ਕੈਸਰੀਆ ਫਿਲੀਪੀ ਦੇ ਇਲਾਕੇ ਵਿੱਚ ਆਣ ਕੇ ਆਪਣੀ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ, ਔਰ ਕਈ ਏਲੀਆ ਤੇ ਕਈ ਯਰਮੀਆ ਜਾਂ ਨਬੀਆਂ ਵਿੱਚੋਂ ਕੋਈ। ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਸਮੌਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਵਦੇ ਪਰਮੇਸ਼ਰ ਦਾ ਪੁੱਤਰ ਹੈ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਧਨ ਹੈ ਤੂੰ ਸਮੌਨ ਪਰ ਯੋਨਾ, ਕਿਉਂ ਜੋ ਸਰੀਰ ਔਰ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। ਤਦ ਉਹਨੇ ਚੇਲਿਆਂ ਨੂੰ ਤਾਕੀਦ ਕੀਤੀ, ਭਾਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ। ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ, ਭਈ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ 30 ਦਿਨ ਜੀ ਉੱਠਾਂ। ਤਦ ਪਤਰਸ ਉਹਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹਨੂੰ ਕਿਹਾ, ਪ੍ਰਭੂ ਜੀ, ਪਰਮੇਸ਼ਰ ਇਹ ਨਾ ਕਰੇ, ਤੇਰੇ ਲਈ ਇਹ ਕਦੀ ਨਾ ਹੋਵੇਗਾ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ, ਮੈਥੋਂ ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਹੈ, ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗਵਾ ਦੇਵੇਗਾ, ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਏ ਉਹ ਉਸ ਨੂੰ ਲੱਭ ਲਵੇਗਾ। ਕਿਉਂਕਿ ਮਨੁੱਖ ਨੂੰ ਕੀ ਲਾਭ ਹੈ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ, ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? ਕਿਉਂ ਜੋ ਮਨੁੱਖ ਦਾ ਪੁੱਤਰ ਆਪਣੀ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹਦੀ ਕਰਨੀ ਮੂਜਬ ਫਲ ਦੇਵੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕੋਈ ਇਨ੍ਹਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਮੌਤ ਦਾ ਸਵਾਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਣ ਦਾ ਨਾ ਵੇਖਣਗੇ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਉਸ ਵਿੱਚੋਂ ਕੁਝ ਗੱਲਾਂ। ਉਤਪਤੀ ਦੀ ਕਿਤਾਬ ਅਧਿਆਇ 15। ਇਸ ਵਿੱਚ ਅਬਰਾਮ ਯਹੋਵਾ ਪਰਮੇਸ਼ਰ ਕੋਲ ਇਹ ਕਹਿੰਦਾ ਕਿ ਤੂੰ ਮੈਨੂੰ ਕੀ ਦੇਵੇਗਾ? ਤੂੰ ਮੈਨੂੰ ਅੰਸ਼ ਨਹੀਂ ਦਿੱਤਾ, ਸੋ ਮੇਰਾ ਵਾਰਿਸ ਕੌਣ ਬਣੂਗਾ? ਕਿ ਮੇਰਾ ਖਰ ਜਮਨ ਇਸ ਤਮਿਸ਼ਕੀ ਅਲੀਅਜ਼ਰ ਮੇਰਾ ਵਾਰਿਸ ਹੋਵੇਗਾ? ਤਾਂ ਯਹੋਵਾ ਪਰਮੇਸ਼ਰ ਅਬਰਾਮ ਨੂੰ ਬਾਹਰ ਲੈ ਗਿਆ ਅਤੇ ਉਹਨੂੰ ਆਕਾਸ਼ ਨੂੰ ਵਿਖਾ ਕੇ ਇਹ ਆਖਿਆ, ਜੇ ਕੋਈ ਇਸ ਆਕਾਸ਼ ਦੇ ਤਾਰਿਆਂ ਨੂੰ ਗਿਣ ਸਕੇ ਤਾਂ ਉਹ ਤੇਰੇ ਅੰਸ਼ ਨੂੰ ਗਿਣਨਗੇ। ਇਹ ਗੱਲ ਉੱਤੇ ਅਬਰਾਮ ਪ੍ਰਤੀਤ ਕੀਤੀ, ਸੋ ਯਹੋਵਾ ਉਸ ਗੱਲ ਨੂੰ ਉਸ ਲਈ ਧਰਮ ਗਿਣਿਆ। ਤੋ ਯਹੋਵਾ ਪਰਮੇਸ਼ਰ ਚਾਹਿਆ ਇਹਨੂੰ ਮੇਰੀਆਂ ਗੱਲਾਂ ਸੁਣਾਵਾਂ। ਤਾਂ ਉਹਨੇ ਆਖਿਆ, ਤੂੰ ਕੁਝ
ਸੁੱਧ ਪਸ਼ੂ ਨੂੰ ਅਤੇ ਪੰਛੀਆਂ ਨੂੰ ਲੈ ਕੇ ਮੇਰੇ ਲਈ ਬਲੀ ਚੜਾਉਣ ਵਾਸਤੇ ਆ। ਜਦੋਂ ਬਲੀ ਚੜਾਉਣ ਗਿਆ, ਉਸ ਬਲੀ ਉੱਤੇ ਯਹੋਵਾ ਪਰਮੇਸ਼ਰ ਉਤਰਿਆ ਅਤੇ ਅਬਰਾਮ ਨੂੰ ਦਰਸ਼ਨ ਦੇ ਕੇ ਆਖਿਆ, ਤੇਰੇ ਅੰਸ਼ ਮਿਸਰ ਦੇਸ਼ ਦੇ ਵਿੱਚ 400 ਸਾਲ ਤੱਕ ਗੁਲਾਮੀ ਬਣ ਕੇ ਰਹਿਣਗੇ। ਉਸ ਤੋਂ ਬਾਅਦ ਮੈਂ ਮਿਸਰ ਵਿੱਚ ਉਤਰਾਂਗਾ ਅਤੇ ਉਹਨਾਂ ਨੂੰ ਲੈ ਕੇ ਆਵਾਂਗਾ ਅਤੇ ਉਹਨਾਂ ਨੂੰ ਇਸ ਤਰਕ ਮਿਲਕ ਦੇ ਦੇਵਾਂਗਾ। वो इस कारण इस दर्शन ਨੂੰ ਦੇਣਾ ਚਾਹਿਆ ਕਿ ਅਬਰਾਮ ਨੇ ਪਰਮੇਸ਼ਰ ਦੇ ਗੱਲਾਂ ਉੱਤੇ ਪ੍ਰਤੀਤ ਕੀਤਾ ਅਤੇ ਇਹ ਆਖਿਆ, ਕਿੱਦਾਂ ਮੈਂ ਇਸ ਧਰਤੀ ਨੂੰ ਮੇਰੇ ਵਾਰਸ ਲਈ ਮਿਲਕ ਦੇਵਾਂਗਾ। ਸੋ ਉਸ ਦਰਸ਼ਨ ਦੇ ਦੁਆਰਾ ਸਾਰੀਆਂ ਗੱਲਾਂ ਉਹਨੇ ਕਿਹਾ। ਪ੍ਰਭੂ ਦੇ ਪਿਆਰਿਓ, ਜੋ ਕੋਈ ਯਹੋਵਾ ਪਰਮੇਸ਼ਰ ਦੀ ਗੱਲਾਂ ਉੱਤੇ ਪ੍ਰਤੀਤ ਕਰਨ ਤਾਂ ਉਹਨਾਂ ਨਾਲ ਪਰਮੇਸ਼ਰ ਨੇਮ ਬਣੇਗਾ ਅਤੇ ਨਾਲ ਹੀ ਉਹਨਾਂ ਨੂੰ ਉਹਨਾਂ ਦੀਆਂ ਗੱਲਾਂ ਜੋ ਉਹਨਾਂ ਨਾਲ ਹੋਣ ਵਾਲੀਆਂ ਗੱਲਾਂ ਨੇ ਉਸ ਨੂੰ ਦੱਸ ਦੇਵੇਗਾ। ਉਹ ਆਪਣੇ ਪਰਜਾ ਨੂੰ ਦੱਸੇ ਬਿਨਾ ਉਹਨਾਂ ਨਾਲ ਕੋਈ ਕੰਮ ਧੰਦਾ ਨਹੀਂ ਕਰਦਾ। ਹਾਂ ਪ੍ਰਭੂ ਦੇ ਪਿਆਰਿਓ, ਇਸੇ ਪ੍ਰਕਾਰ ਨਿਆਂਇਆਂ ਦੀ ਪੋਥੀ ਅਧਿਆਇ 1 ਅਤੇ 2 ਦੇ ਵਿੱਚੋਂ ਕੁਝ ਗੱਲਾਂ ਨੂੰ ਵੇਖਦੇ ਹਾਂ ਕਿ ਯਹੋਸ਼ੁਆ ਦੇ ਮਰਨ ਤੋਂ ਬਾਅਦ ਲੋਕ ਯਹੋਵਾ ਪਰਮੇਸ਼ਰ ਕੋਲ ਪੁੱਛਦੇ, ਸਾਡੇ ਲਈ ਕਨਾਨੀਆਂ ਕੋਲ ਲੜਨ ਲਈ ਪਹਿਲਾਂ ਕੌਣ ਉਤਰੇਗਾ? ਤਾਂ ਪਰਮੇਸ਼ਰ ਆਖਦਾ, ਯਹੂਦਾ ਦੇ ਉਸ ਲੀਡਰਸ਼ਿਪ ਦੇ ਵਿੱਚ ਕਨਾਨੀਆਂ ਦੇ ਦੇਸ਼ ਨੂੰ ਆਪਣੇ ਵਸ ਵਿੱਚ ਕਰਦੇ ਹੋਏ ਵੇਖਦੇ ਹਾਂ। ਫਿਰ ਵੀ ਉਹ ਕੁਝ ਕਨਾਨੀਆਂ, ਅਮੋਰੀਆਂ, ਹਿਵੀਆਂ ਨੂੰ ਉਹਨਾਂ ਦੇ ਉਸ ਹਿੱਸੇ ਦੇ ਵਿੱਚੋਂ, ਪਤੀ ਦੇ ਵਿੱਚੋਂ ਕੱਢ ਨਹੀਂ ਪਾਉਂਦੇ। ਉਹ ਉਹਨਾਂ ਦੇ ਵਿੱਚ ਹੀ ਵਾਸ ਕਰਦੇ। ਉਹ ਇਸ ਕਾਰਨ ਹੈ ਨਿਆਂਇਆਂ ਦੀ ਪੋਥੀ ਅਧਿਆਇ 2 ਦੇ ਵਿੱਚ ਯਹੋਵਾ ਪਰਮੇਸ਼ਰ ਆਖਦਾ ਹੈ ਕਿ ਮੈਂ ਇਹਨਾਂ ਨੂੰ ਇਸ ਕਾਰਨ ਪੂਰੀ ਤਰ੍ਹਾਂ ਨਹੀਂ ਕੱਢਿਆ, ਇਹਨਾਂ ਦੇ ਦੁਆਰਾ ਮੈਂ ਆਪਣੇ ਬੱਚਿਆਂ ਦੀ ਪਰਤਾਵਾ ਲਵਾਂ। ਪਰ ਉਸ ਪਰਤਾਵੇ ਵਿੱਚ ਇਸਰਾਏਲੀ ਫੇਲ ਹੋ ਗਏ। ਉਹ ਇਸ ਕਾਰਨ ਸੀ ਕਿ ਇਸ ਅਧਿਆਇ ਦੇ ਵਿੱਚ ਇਸ ਪ੍ਰਕਾਰ ਲਿਖਿਆ, ਇਸਰਾਏਲੀਆਂ ਦੇ ਵਿੱਚੋਂ ਕੁਝ ਨਵੀਂ ਪੀੜ੍ਹੀ ਜੋ ਜਨਮ ਲਈ ਸੀ, ਉਹ ਯਹੋਵਾ ਦੇ ਪ੍ਰਤੀ ਨਹੀਂ ਜਾਣਦੇ ਸੀ। ਸੋ ਉਹਨਾਂ ਨੇ ਪਰਮੇਸ਼ਰ ਦੇ ਖਿਲਾਫ ਬਾਲ ਦੇਵਤਿਆਂ ਅਤੇ ਉੱਪਰਲੇ ਹਰ ਇੱਕ ਦੇਵਤਿਆਂ ਦੇ ਪੂਜਾ ਕਰਨ ਲੱਗੇ ਅਤੇ ਪਰਮੇਸ਼ਰ ਦੇ ਵਿਰੋਧ ਉਹਨਾਂ ਗੱਲਾਂ ਨੂੰ ਕੀਤੇ ਜੋ ਪਰਮੇਸ਼ਰ ਨਾ ਕਰਨ ਦਾ ਆਗਿਆ ਦਿੱਤਾ ਹੋਇਆ ਸੀ। ਇਸ ਅਧਿਆਇ ਦੇ ਵਿੱਚ ਯਹੋਵਾ ਪਰਮੇਸ਼ਰ ਕਹਿੰਦਾ, ਇਹਨਾਂ ਦੇ ਪਿਓ ਦਾਦਿਆਂ ਨਾਲ ਜੋ ਨੇਮ ਮੈਂ ਬੰਨਿਆ ਸੀ ਉਸ ਨੂੰ ਮੈਂ ਤੋੜਦਾ ਹਾਂ ਅਤੇ ਇਹਨਾਂ ਨੂੰ ਇਸ ਵੇਰਿਆਂ ਦੇ ਹੱਥ ਵਿੱਚ ਦੇਵਾਂਗਾ ਜਿਨ੍ਹਾਂ ਦੇ ਮਗਰ ਲੱਗ ਕੇ ਇਹ ਉਹਨਾਂ ਦੇਵਤਿਆਂ ਦੀ ਪੂਜਾ ਕਰਦੇ ਨੇ। ਜਿਸ ਪ੍ਰਕਾਰ ਯਹੋਵਾ ਪਰਮੇਸ਼ਰ ਨੇ ਕਿਹਾ, ਉਸੇ ਪ੍ਰਕਾਰ ਉਹਨਾਂ ਨਾਲ ਗੱਲ ਹੋਣਾ ਸ਼ੁਰੂ ਹੋ ਗਿਆ। ਇਹ ਗੱਲਾਂ ਇਸ ਅਧਿਆਇ ਦੇ ਵਿੱਚ ਹੁੰਦੀਆਂ ਆਪਾਂ ਵੇਖ ਸਕਦੇ ਹਾਂ। ਇਸੇ ਪ੍ਰਕਾਰ ਮੱਤੀ ਦੀ ਇੰਜੀਲ ਦੇ ਵਿੱਚ ਅਧਿਆਇ 16 ਦੇ ਵਿੱਚੋਂ ਕੁਝ ਗੱਲਾਂ ਨੂੰ ਆਪਾਂ ਵੇਖਦੇ ਹਾਂ। ਯਿਸੂ ਮਸੀਹ ਕੋਲ ਫਰੀਸੀਆਂ ਅਤੇ ਸਦੂਕੀਆਂ ਇਹ ਨਿਸ਼ਾਨ ਮੰਗਦੀਆਂ ਅਤੇ ਉਹ ਆਖਦੀਆਂ ਕਿ ਤੂੰ ਸਾਡੇ ਲਈ ਇੱਕ ਨਿਸ਼ਾਨ ਆਕਾਸ਼ ਵੱਲੋਂ ਦਿਖਾਓ ਅਤੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਇਹ ਆਖਦਾ ਹੈ ਕਿ ਜਦੋਂ ਕਿ ਤੁਸੀਂ ਮੌਸਮ ਦਾ ਹਰ ਹਾਲਤ ਨੂੰ ਵੇਖ ਕੇ ਜੋ ਹੋਣ ਵਾਲੀਆਂ ਗੱਲਾਂ ਨੇ ਉਸ ਨੂੰ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਸਮਾਂ ਦੇ ਪ੍ਰਤੀ ਨਹੀਂ ਪਤਾ। ਤੁਸੀਂ ਜਾਣਦੇ ਹੋਏ ਵੀ ਮੇਰੇ ਕੋਲ ਕੀ ਮੰਗਦੇ ਹੋ? ਨਿਸ਼ਾਨ ਮੰਗਦੇ ਹੋ। ਤੁਸੀਂ ਮੇਰੇ ਉੱਤੇ ਪ੍ਰਤੀਤ ਨਹੀਂ ਕਰਦੇ। ਇਹਨਾਂ ਗੱਲਾਂ ਦੇ ਦੁਆਰਾ ਉਹਨਾਂ ਨਾਲ ਗੱਲਾਂ ਕਰਦੇ ਹੋਏ ਆਪਣੇ ਚਿਹਰਿਆਂ ਨੂੰ ਵੇਖ ਕੇ ਯਿਸੂ ਮਸੀਹ ਆਖਦਾ, ਤੁਸੀਂ ਫਰੀਸੀਆਂ ਦੀ, ਸਦੂਕੀਆਂ ਦੀ ਕੁਮੀਰ ਤੋਂ ਹੁਸ਼ਿਆਰ ਰਹੋ। ਪਰ ਚੇਲਿਆਂ ਨੇ
ਕੁਝ ਔਰ ਸਮਝ ਬੈਠੇ। ਉਹ ਇਹ ਆਖਦੇ ਸੀ ਆਪਸ ਦੇ ਵਿੱਚ, ਆਪਾਂ ਰੋਟੀਆਂ ਲੈ ਕੇ ਨਹੀਂ ਆਈਆਂ ਤਾਂ ਗੁਰੂ ਜੀ ਆਪਣੇ ਨਾਲ ਇਹੋ ਜਿਹੀਆਂ ਗੱਲਾਂ ਕਰਦਾ। ਯਿਸੂ ਮਸੀਹ ਉਹਨਾਂ ਦੀ ਮਨਾਂ ਨੂੰ ਜਾਣ ਕੇ ਇਹ ਆਖਦਾ ਕਿ ਹਜੇ ਵੀ ਤੁਹਾਡੀਆਂ ਅੱਖੀਆਂ ਖੁੱਲੀਆਂ ਨਹੀਂ? ਜਦ ਮੈਂ 5 ਰੋਟੀਆਂ ਨੂੰ 5000 ਨੂੰ ਅਤੇ 7 ਰੋਟੀਆਂ ਨੂੰ 4000 ਨੂੰ ਖਵਾਇਆ ਸੀ। ਉਹਨਾਂ ਨੂੰ ਝਿੜਕ ਕੇ ਆਖਦਾ ਹੈ, ਹੈ ਥੋੜੀ ਪ੍ਰਤੀਤ ਵਾਲਿਓ, ਹੈ ਥੋੜੀ ਪ੍ਰਤੀਤ ਵਾਲਿਓ, ਤੁਸੀਂ ਮੇਰੀਆਂ ਕੰਮਾਂ ਨੂੰ ਵੇਖਦੇ ਹੋਏ ਵੀ ਮੇਰੇ ਉੱਤੇ ਪ੍ਰਤੀਤ ਨਹੀਂ ਕੀਤੇ। ਇਹ ਗੱਲਾਂ ਤੋਂ ਬਾਅਦ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਪੁੱਛਦਾ ਹੈ, ਲੋਕ ਮੈਨੂੰ ਕੀ ਆਖਦੇ ਹਨ? ਤਾਂ ਚੇਲੇ ਕਹਿੰਦੇ, ਕੁਝ ਨਬੀ ਕਹਿੰਦੇ, ਕੁਝ ਯੂਹੰਨਾ ਬਪਤਿਸਮਾ ਵਾਲਾ ਜਿਹੜਾ ਮਰ ਗਿਆ ਜੀ ਉੱਠ ਗਿਆ ਕਹਿੰਦੇ, ਕੁਝ ਕਹਿੰਦੇ ਅਲੀਆ। ਫਿਰ ਯਿਸੂ ਮਸੀਹ ਉਹਨਾਂ ਨੂੰ ਪੁੱਛਦਾ, ਤੁਸੀਂ ਮੈਨੂੰ ਕੀ ਆਖਦੇ? ਤਾਂ ਪਤਰਸ ਯਿਸੂ ਮਸੀਹ ਕੋਲ ਇਹੋ ਜਿਹੀ ਜਵਾਬ ਦਿੱਤਾ ਕਿ ਤੂੰ ਜੀਵਦੇ ਪਰਮੇਸ਼ਰ ਦੇ ਪੁੱਤਰ ਹੋ। ਜਦ ਇਹ ਗੱਲਾਂ ਨੂੰ ਯਿਸੂ ਮਸੀਹ ਨੇ ਸੁਣੀਆਂ ਅਤੇ ਖੁਸ਼ ਹੋ ਕੇ ਉਹਨੂੰ ਇਹ ਆਖਿਆ, ਮੈਂ ਤੇਰੇ ਵਿੱਚ ਕਲੀਸਿਆ ਨੂੰ ਬਣਾਵਾਂਗਾ, ਮੈਂ ਤੇਰੇ ਹੱਥਾਂ ਵਿੱਚ ਸਵਰਗ ਰਾਜ ਦੀ ਕੁੰਜੀ ਦੇਵਾਂਗਾ। ਜਿਹੜੀ ਚੀਜ਼ ਨੂੰ ਤੂੰ ਇਸ ਧਰਤੀ ਉੱਤੇ ਬਣੇਗਾ ਉਹ ਸਵਰਗ ਦੇ ਵਿੱਚ ਵੀ ਬਣਿਆ ਜਾਵੇਗਾ। ਜਿਹੜੀ ਚੀਜ਼ ਨੂੰ ਤੂੰ ਇਸ ਧਰਤੀ ਉੱਤੇ ਖੋਲੇਗਾ ਉਹ ਸਵਰਗ ਰਾਜ ਦੇ ਵਿੱਚ ਵੀ ਖੋਲਿਆ ਜਾਵੇਗਾ। ਇਸ ਤੋਂ ਬਾਅਦ ਅਬ ਦੀਆਂ ਗੱਲਾਂ ਨੂੰ, ਜਿਸ ਕਾਰਨ ਇਹ ਇਸ ਧਰਤੀ ਉੱਤੇ ਆਇਆ, ਉਹਨਾਂ ਗੱਲਾਂ ਨੂੰ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਆਖਦਾ, ਮੇਰੇ ਨਾਲ ਇਹੋ ਜਿਹੀਆਂ ਗੱਲਾਂ ਹੋਣਗੀਆਂ, ਮੈਂ ਦੁੱਖ ਦੇ ਵਿੱਚ ਚੱਲਾਂਗਾ। ਇਹ ਗੱਲ ਨੂੰ ਪਤਰਸ ਸੁਣ ਕੇ ਯਿਸੂ ਮਸੀਹ ਨੂੰ ਝਿੜਕਣ ਲੱਗਿਆ। ਯਿਸੂ ਮਸੀਹ ਪਤਰਸ ਨੂੰ ਕਹਿੰਦਾ, ਪਰਾਂ ਹਟ ਜਾ ਸ਼ੈਤਾਨ। ਪ੍ਰਭੂ ਦੇ ਪਿਆਰਿਓ, ਪ੍ਰਭੂ ਕਹਿੰਦਾ, ਜਿਹੜਾ ਮੇਰੇ ਪਿਤਾ ਦੀ ਮਰਜ਼ੀ ਅਨੁਸਾਰ ਨਹੀਂ ਚੱਲਦਾ, ਨਹੀਂ ਸੋਚਦਾ ਹੈ, ਉਹ ਸ਼ੈਤਾਨ ਹੈ। ਪ੍ਰਭੂ ਦੇ ਪਿਆਰਿਓ, ਪ੍ਰਭੂ ਚਾਹੁੰਦਾ ਹੈ ਕਿ ਮੇਰੇ ਲੋਕ ਮੇਰੇ ਉੱਤੇ ਪ੍ਰਤੀਤ ਕਰਨ ਅਤੇ ਜੋ ਨੇਮ ਉਹਨਾਂ ਨਾਲ ਮੈਂ ਬਣ ਕੇ ਰੱਖਿਆ ਹੈ ਉਸ ਨੂੰ ਉਹ ਕਾਇਮ ਰੱਖਣ ਲਾਇਕ ਜ਼ਿੰਦਗੀ ਨੂੰ ਵਧੀਆ ਮੇਰੇ ਸਨਮੁਖ ਗਵਾਹੀ ਦੇ ਰੂਪ ਦੇ ਵਿੱਚ ਸ਼ਾਮਿਲ ਕਰਨ ਅਤੇ ਮੇਰੇ ਪਿਤਾ ਦੀ ਮਰਜ਼ੀ ਨੂੰ ਉਹ ਸਦਾ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕਰਨ ਵਾਲੇ ਬਣ ਕੇ ਰਹਿਣ। ਪ੍ਰਭੂ ਇਹਨਾਂ ਵਚਨਾਂ ਦੇ ਰਾਹੀਂ ਤੁਹਾਨੂੰ ਸਭਨਾਂ ਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।